ਜਿਵੇਂ ਤੁਸੀਂ ਇਸ ਸ਼ਬਦ ਦਾ ਅਰਥ ਭਾਵ ਪੁੱਛਣਾ ਚਾਹੁੰਦੇ ਹੋ ਨਾ, ਇਉਂ ਹੀ ਜ਼ਿਆਦਾਤਰ ਧਾਰਮਿਕ ਲੋਕ ਸ਼ਬਦਾਂ ਦੇ ਅਰਥ ਭਾਵ ਪੁੱਛਦੇ ਹਨ ਸਿਰਫ ਸਮਝਣ ਵਾਸਤੇ। ਚੱਲਣਾ ਨਹੀਂ ਹੈ। ਬਹੁਤੇ ਲੋਕ ਚੱਲਦੇ ਨਹੀਂ ਹਨ, ਸਿਰਫ ਪੁੱਛਦੇ ਹਨ ਸਮਝਣ ਵਾਸਤੇ ਹੀ, ਪਤਾ ਲੱਗ ਜਾਵੇ। ਦੱਸ ਪਤਾ ਲੱਗ ਕੇ ਕੀ ਕਰੋਗੇ? ਇਹ ਤਾਂ ਇਉਂ ਹੀ ਹੋ ਗਿਆ ਨਾ, ਜਿਵੇਂ ਕਹਾਵਤ ਹੈ ਵੀ ਜਿਹੜੇ ਰਸਤੇ 'ਤੇ ਜਾਣਾ ਨਹੀਂ ਉਹਦੇ ਬਾਰੇ ਪੁੱਛਣਾ ਕਿਉਂ। ਸੰਸਾਰਿਕ ਲੋਕ ਕਹਿੰਦੇ ਹਨ, ਪਰ ਧਾਰਮਿਕ ਲੋਕਾਂ ਨੂੰ ਅਕਲ ਹੀ ਨਹੀਂ ਹੈ ਵੀ ਜਿਹੜੇ ਰਸਤੇ 'ਤੇ ਤੁਸੀਂ ਚੱਲਣਾ ਹੀ ਨਹੀਂ ਹੈ, ਉਸ ਰਸਤੇ ਦੀ ਜਾਣਕਾਰੀ ਲੈ ਕੇ ਕਰੋਗੇ ਕੀ? ਤੁਸੀਂ ਜਾਣਕਾਰ ਬਣ ਬੈਠੋਗੇ। ਤਿਵੇਂ ਹੀ ਜ਼ਿਆਦਾਤਰ ਜਾਣਕਾਰ ਬਣ ਬੈਠੇ ਹਨ ਲੋਕ। ਬਹੁਤ ਜਾਣਕਾਰੀ ਹੈ, ਬਹੁਤ ਰਸਤਿਆਂ ਦੀ ਜਾਣਕਾਰੀ ਹੈ ਕਈਆਂ ਨੂੰ, ਤੋ ਜਾਣਕਾਰੀ ਦੂਸਰਿਆਂ ਨੂੰ ਦੇ ਰਹੇ ਹਨ ਅਤੇ ਇਹਦੇ ਨਾਲ ਲਾਭ ਥੋੜ੍ਹੀ ਹੋਵੇਗਾ। ਜਾਣਕਾਰੀ ਨਾਲ ਇਹਦੇ 'ਚ ਹੀ ਮਨ ਉਲਝਿਆ ਰਹੇਗਾ, ਵਿਚਾਰਦਾ ਰਹੇਗਾ, ਸੋਚਦਾ ਰਹੇਗਾ ਕਿਹੜਾ ਰਸਤਾ ਠੀਕ ਕਿਹੜਾ ਗਲਤ। ਇਉਂ ਹੀ ਤਾਂ ਕਰ ਰਹੇ ਹਨ ਜ਼ਿਆਦਾਤਰ ਲੋਕ। ਚੱਲਦੇ ਨਹੀਂ ਹਨ, ਸੋਚਦੇ ਹਨ ਰਸਤਿਆਂ ਬਾਰੇ, ਅਤੇ ਕਈ ਸਾਰੀ ਜ਼ਿੰਦਗੀ ਸੋਚਦੇ ਹੀ ਰਹਿੰਦੇ ਹਨ, ਵਿਚਾਰਦੇ ਰਹਿੰਦੇ ਹਨ, ਦੂਸਰਿਆਂ ਨੂੰ ਵੀ ਦੱਸਦੇ ਰਹਿੰਦੇ ਹਨ, ਚੱਲਦੇ ਨਹੀਂ ਹਨ। ਅਤੇ ਐਸੀ ਭੁੱਲ ਤੁਸੀਂ ਨਾ ਕਰੋ। ਚੱਲਣਾ ਇੱਕੋ ਹੀ ਰਸਤੇ 'ਤੇ ਹੈ ਅਤੇ ਰਸਤਾ ਬਿਲਕੁਲ ਸਿੱਧਾ ਸਾਫ਼ ਹੈ। ਉਸ ਰਸਤੇ ਦੀ ਤੁਹਾਨੂੰ ਸਮਝ ਵੀ ਆ ਰਹੀ ਹੈ। ਦੇਖੋ ਆ ਥੱਲੇ ਲਿਖਿਆ ਹੋਇਆ ਹੈ। ਕੱਲ੍ਹ ਦੀ ਰਿਕਾਰਡਿੰਗ ਨੇ ਬਹੁਤ ਸਵਾਲ ਸਾਫ਼ ਕਰ ਦਿੱਤੇ। ਕਿਰਪਾ ਬਣਾਈ ਰੱਖਣਾ ਜੀ। ਹਰਮੀਤ ਨੇ ਕਿਹਾ ਹੈ, ਸਮਝ ਵਿੱਚ ਆਈ ਗੱਲ ਵੀ ਵਾਸਤਵਿਕ ਦੇ ਵਿੱਚ ਮਿਟਣਾ ਹੀ ਪਵੇਗਾ, ਪਰ ਮਿਟਣਾ ਔਖਾ ਹੈ। ਫਿਰ ਖਿਆਲ ਕਰਿਓ, ਸਰੀਰ ਵੱਲੋਂ ਮਿਟਣਾ ਸੁਖਾਲਾ ਹੈ। ਕਈ ਆਤਮ ਹੱਤਿਆ ਕਰ ਲੈਂਦੇ ਹਨ, ਪਰ ਮਨ ਕਰਕੇ ਮਿਟਣਾ ਬਹੁਤ ਕਠਿਨ ਹੈ। ਇਸ ਕਰਕੇ ਕਰੋੜਾਂ 'ਚ ਕੋਈ ਵਿਰਲਾ ਹੈ, ਅਤੇ ਇੱਧਰ ਵਿਰਲੇ ਵਾਸਤੇ ਹੀ ਬੋਲਿਆ ਜਾ ਰਿਹਾ ਹੈ, ਅਤੇ ਸਾਰਿਆਂ ਵਾਸਤੇ ਥੋੜ੍ਹੀ ਹੈ, ਅਤੇ ਕੋਈ ਵਿਰਲੇ ਹਨ ਜਿਹੜੇ ਮਿਟਣ ਨੂੰ ਤਿਆਰ ਹੋਣਗੇ। ਅਤੇ ਫਿਰ ਅਲੱਗ ਜਿੰਨੇ ਵੀ ਮਾਰਗ ਦੱਸੇ ਹਨ ਸਤਿਪੁਰਖਾਂ ਨੇ ਪਿੱਛੇ, ਉਹ ਸਾਰੇ ਹੀ ਮਿਟਣ ਦੀ ਤਿਆਰੀ ਕਰਾਉਂਦੇ ਹਨ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਭਾਵੇਂ ਉਹ ਯੋਗ ਦਾ ਮਾਰਗ ਹੈ, ਸੁਰਤੀ ਦਾ ਮਾਰਗ ਹੈ, ਧਿਆਨ ਦਾ ਮਾਰਗ ਹੈ, ਗਿਆਨ ਦਾ ਮਾਰਗ ਹੈ, ਸਾਰੇ ਹੀ ਤਿਆਰੀ ਕਰਾਉਂਦੇ ਹਨ ਮਿਟਣ ਦੀ। ਜਦੋਂ ਆਦਮੀ ਮਿਟਣ ਨੂੰ ਤਿਆਰ ਹੋ ਜਾਂਦਾ ਹੈ, ਫਿਰ ਇਹ ਮਾਰਗ ਛੁੱਟ ਜਾਂਦੇ ਹਨ। ਭਾਵ ਕਿ ਜਦੋਂ ਮੰਜ਼ਿਲ ਆ ਗਈ, ਮੰਜ਼ਿਲ ਉਦੋਂ ਹੀ ਆ ਜਾਂਦੀ ਜਦੋਂ ਤੂੰ ਮਿਟਣ ਨੂੰ ਤਿਆਰ ਹੋ ਗਿਆ ਕੋਈ, ਅਤੇ ਮਿਟ ਗਿਆ ਅਤੇ ਮੰਜ਼ਿਲ ਆ ਗਈ। ਬੂੰਦ ਮਿਟ ਗਈ ਅਤੇ ਸਾਗਰ ਹੋ ਗਈ, ਮੈਂ ਮਿਟ ਗਈ ਅਤੇ ਪਰਮਾਤਮਾ ਹੋ ਗਿਆ। ਅਤੇ ਮਿਟਣ ਦੀ ਤਿਆਰੀ ਹਨ ਜਿੰਨੇ ਵੀ ਮਾਰਗ ਹਨ, ਅਤੇ ਇਹ ਜੋ ਯੋਗੀਆਂ ਦਾ ਮਾਰਗ ਹੈ ਉਹ ਵੀ ਮਿਟਣ ਦੀ ਤਿਆਰੀ ਹੈ। ਪਰ ਇਹ ਮਾਰਗ ਉਸ ਸਮੇਂ ਅਨੁਕੂਲ ਸੀ ਕਿਉਂਕਿ ਲੋਕ ਬਹੁਤ ਜ਼ਿਆਦਾ ਹੱਠੀ ਸਨ, ਅਤੇ ਐਸਾ ਹੱਠ ਯੋਗ ਕਮਾ ਲੈਂਦੇ ਸਨ। ਹੁਣ ਤੁਸੀਂ 2-4 ਘੰਟੇ ਬੈਠ ਨਹੀਂ ਸਕਦੇ ਹੋ, ਇੰਨਾ ਹੱਠ ਨਹੀਂ ਕਰ ਸਕਦੇ। ਤੋ ਲਗਾਤਾਰ 24 ਘੰਟੇ
ਇਸ ਯੋਗ ਪ੍ਰਕਿਰਿਆਵਾਂ ਦੇ ਵਿੱਚ ਲੱਗੇ ਰਹਿੰਦੇ ਸਨ। ਪਰ ਬੇਣੀ ਜੀ ਉਹਨਾਂ ਦੀ ਗੱਲ ਸੁਣ ਕੇ ਤੇ ਆਪਣੇ ਮਾਰਗ ਨੂੰ ਹੀ ਉੱਥੇ ਇਸ ਸ਼ਬਦ ਦੁਆਰਾ ਵੀ ਪ੍ਰਗਟ ਕਰਦੇ ਹਨ ਵੀ ਠੀਕ ਹੈ ਤੁਹਾਡਾ ਜੋ ਤੁਸੀਂ ਦੱਸ ਰਹੇ ਹੋ, ਜਿਵੇਂ ਲਿਖਿਆ ਹੈ, ਖਿਆਲ ਵਿੱਚ ਲਓ ਥੋੜ੍ਹਾ ਜਿਹਾ। ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸੇ ਇਕ ਠਾਈ, ਬੇਣੀ ਸੰਗਮ ਤਹ ਪੈਰਾਗ, ਮਨ ਮੱਜਨ ਕਰੈ ਤਿਥਾਈ। ਕਹਿੰਦੇ ਹਨ ਵੀ ਜਿਵੇਂ ਤੁਸੀਂ ਦੱਸਦੇ ਹੋ ਵੀ ਈੜਾ ਪਿੰਗਲਾ ਅਤੇ ਸੁਖਮਨਾ ਜਿੱਥੇ ਜਾ ਕੇ ਤਿੰਨੇ ਮਿਲਦੀਆਂ ਹਨ ਉੱਥੇ ਸੰਗਮ ਹੁੰਦਾ ਹੈ, ਉੱਥੇ ਮਨ ਦਾ ਇਸ਼ਨਾਨ ਹੁੰਦਾ ਹੈ। ਜਿਵੇਂ ਬਾਹਰ ਗੰਗਾ ਜਮਨਾ ਸਰਸਵਤੀ ਹੈ ਅਤੇ ਜਿੱਥੇ ਉਹਨਾਂ ਦਾ ਸੰਗਮ ਹੁੰਦਾ ਹੈ, ਹਿੰਦੂਆਂ ਦੀ ਧਾਰਨਾ ਹੈ ਵੀ ਉੱਥੇ ਇਸ਼ਨਾਨ ਕਰੋ ਅਤੇ ਪਵਿੱਤਰ ਹੋ ਜਾਂਦਾ ਹੈ ਬੰਦਾ, ਉਹ ਬਾਹਰ ਮੁਖੀਆਂ ਦੀ ਧਾਰਨਾ। ਅਤੇ ਯੋਗੀਆਂ ਦੀ ਧਾਰਨਾ ਇਹ ਹੈ ਵੀ ਜਿੱਥੇ ਇਹ ਤਿੰਨੇ ਹੀ ਮਿਲਦੀਆਂ ਹਨ ਉੱਥੇ ਮਨ ਨੂੰ ਟਿਕਾਉਣ ਦੁਆਰਾ ਮਨ ਥਿਰ ਹੋ ਜਾਂਦਾ ਹੈ ਅਤੇ ਥਿਰਤਾ ਹੀ ਇਸ਼ਨਾਨ ਹੈ। ਭਾਵ ਕਿ ਵਿਚਾਰਾਂ ਤੋਂ ਥੋੜ੍ਹਾ ਜਿਹਾ ਘੱਟ ਜਾਂਦਾ ਹੈ, ਰਹਿਤ ਹੋ ਜਾਂਦਾ ਹੈ ਅਤੇ ਇਸ਼ਨਾਨ ਹੋ ਗਿਆ, ਸਵੱਛ ਹੋ ਗਿਆ। ਪਰ ਸਵੱਛ ਹੋ ਕੇ ਵੀ ਮਨ ਬਚਦਾ ਹੈ, ਖਿਆਲ ਵਿੱਚ ਰੱਖਿਓ। ਬਹੁਤ ਸਾਰੇ ਯੋਗ ਸਾਧਨਾ ਕਰਦੇ, ਧਿਆਨ ਕਰਦੇ, ਧਿਆਨ ਲੱਗ ਵੀ ਜਾਂਦਾ ਹੈ, ਮਨ ਟਿਕ ਵੀ ਜਾਂਦਾ ਹੈ, ਸਵੱਛ ਹੋ ਗਿਆ। ਪਰ ਸਵੱਛ ਹੋਇਆ ਵੀ ਮਨ ਜਿਹੜਾ ਹੈ ਉਹ ਬਚਿਆ ਰਹਿੰਦਾ ਹੈ। ਅਤੇ ਅਗਰ ਬਚਿਆ ਰਿਹਾ ਤਾਂ ਉਹ ਫਿਰ ਸੰਸਾਰ 'ਚ ਜਾਵੇਗਾ, ਫਿਰ ਲਿਬੜ ਜਾਂਦਾ ਹੈ। ਇੱਦਾਂ ਹੀ ਤਾਂ ਪੁਰਾਣੇ ਸਮਿਆਂ 'ਚ ਰਿਸ਼ੀ ਮੁਨੀਆਂ ਦੀਆਂ ਕਹਾਣੀਆਂ ਤੁਸੀਂ ਪੜ੍ਹਦੇ ਹੋ, ਬੜੀ ਯੋਗ ਸਾਧਨਾ ਕੀਤੀ, ਧਿਆਨ ਕੀਤਾ ਅਤੇ ਮਨ ਟਿਕ ਗਿਆ, ਸਵੱਛ ਹੋ ਗਿਆ। ਪਰ ਫਿਰ ਪ੍ਰਭਾਵਿਤ ਹੋ ਗਿਆ ਬਾਹਰੋਂ, ਕਿਉਂਕਿ ਮਨ ਬਚਿਆ ਨਾ, ਸਵੱਛ ਹੋ ਕੇ ਵੀ ਬਚ ਗਿਆ ਅਤੇ ਬਾਹਰੋਂ ਪ੍ਰਭਾਵਿਤ ਹੋ ਗਿਆ, ਫਿਰ ਭਟਕ ਗਏ। ਇੱਦਾਂ ਹੀ ਯੋਗੀਆਂ ਦਾ ਜਿਹੜਾ ਗੁਰੂ ਹੈ, ਗੁਰੂ ਦਾ ਵੀ ਗੁਰੂ ਮਛੰਦਰ ਨਾਥ, ਉਹ ਭਟਕ ਗਿਆ ਸੀ। ਮਨ ਤਾਂ ਸਵੱਛ ਹੋ ਗਿਆ ਸੀ ਪਰ ਸਵੱਛ ਹੋ ਕੇ ਵੀ ਬਚ ਗਿਆ, ਬਚਿਆ ਮਨ ਫਿਰ ਭਟਕ ਗਏ। ਅਤੇ ਜਿੰਨਾ ਚਿਰ ਮਰਦਾ ਨਹੀਂ ਹੈ ਮਨ, ਉਹਨਾਂ ਚਿਰ ਭਟਕਣ ਦੇ ਚਾਂਸ ਹਨ ਅਤੇ ਭਟਕਦਾ ਹੈ। ਅਤੇ ਬੇਣੀ ਜੀ ਕਹਿ ਵੀ ਤੁਸੀਂ ਤਾਂ ਕਹਿੰਦੇ ਹੋ ਵੀ ਉਸ ਸੰਗਮ 'ਤੇ ਮਨ ਦਾ ਇਸ਼ਨਾਨ ਹੋ ਜਾਂਦਾ ਹੈ, ਠੀਕ ਹੈ। ਪਰ ਅਸੀਂ ਕਹਿੰਦੇ ਹਾਂ ਸੰਤੋ ਤਹਾਂ ਨਿਰੰਜਨ ਰਾਮ ਹੈ। ਕਿੱਥੇ ਹੈ? ਗੁਰਗਮ ਚੀਨੇ ਵਿਰਲਾ ਕੋਏ, ਤਹਾਂ ਨਿਰੰਜਨ ਰਮਈਆ ਹੋਏ। ਕਹਿੰਦੇ ਹਨ ਵੀ ਗੁਰੂ ਦੀ ਗਮਤਾ ਨੂੰ ਕੋਈ ਵਿਰਲਾ ਹੀ ਜਾਣਦਾ ਹੈ। ਉੱਥੋਂ ਤੱਕ ਜਿਹੜਾ ਪਹੁੰਚਦਾ ਹੈ ਉਹ ਹੀ ਜਾਣੇਗਾ ਨਾ। ਅਤੇ ਗੁਰੂ ਦੀ ਗਮਤਾ ਤੱਕ ਪਹੁੰਚ ਗਿਆ ਜਿਹੜਾ, ਉਹਨੇ ਹੀ ਜਾਣਿਆ। ਤਹਾਂ ਨਿਰੰਜਨ ਰਮਈਆ ਹੋਏ, ਉੱਥੇ ਪਰਮਾਤਮਾ, ਉੱਥੇ ਨਿਰੰਜਨ ਹੈ। ਹੁਣ ਫਿਰ ਖਿਆਲ ਕਰਨ ਯੋਗ ਇਹ ਹੈ ਵੀ ਜਿਹੜਾ ਆਪਣੇ ਆਪ ਕਹਿ ਰਿਹਾ ਹੈ ਮੈਂ ਸਾਧਨਾ ਕਰਕੇ, ਜਪ ਕਰਕੇ, ਤਪ ਕਰਕੇ ਮਨ ਨੂੰ ਸਵੱਛ ਕਰ ਲਊਂਗਾ, ਨਿਰਮਲ ਕਰ ਲਊਂਗਾ, ਯੋਗੀ ਇਉਂ ਹੀ ਸਮਝ ਰਹੇ ਹਨ। ਪਰ ਭਗਤ ਭੀਖਨ ਜੀ ਸ਼੍ਰੇਅ ਆਪਣੇ ਗੁਰੂ ਨੂੰ ਦੇ ਰਹੇ ਹਨ। ਕਹਿੰਦੇ ਹਨ ਵੀ ਗੁਰੂ ਦੁਆਰਾ ਨਿਰਮਲ ਹੁੰਦਾ ਹੈ। ਗੁਰੂ ਦੀ ਗਮਤਾ 'ਚ ਪਹੁੰਚ ਕੇ ਫਿਰ ਹੀ ਪਤਾ ਲੱਗਦਾ ਹੈ। ਗੁਰੂ ਬਹੁਤ ਗਹਿਰ ਗੰਭੀਰ ਹੈ, ਇਸੇ ਕਰਕੇ ਹੀ ਉਹਨੂੰ ਸੁਣਨਾ ਕਠਿਨ ਹੈ। ਜਿਹੜੇ ਉਥਲੇ ਹਨ ਲੋਕ, ਬਾਹਰ ਸੰਸਾਰ ਦੇ ਵਿੱਚ ਜੀ ਰਹੇ ਹਨ ਸੰਸਾਰਿਕ ਪੱਧਰ 'ਤੇ, ਉਹ ਥੋੜ੍ਹੀ ਸਮਝਦੇ ਹਨ। ਉਹ ਤਾਂ ਸਗੋਂ ਸਤਿਗੁਰਾਂ ਦੀਆਂ ਗੱਲਾਂ ਨੂੰ ਉਲਟੀਆਂ ਸਮਝਦੇ। ਸੰਸਾਰ ਨਾਲੋਂ ਹੈ ਵੀ ਉਲਟੀਆਂ ਹੀ, ਕਿਉਂਕਿ ਉਲਟੇ ਪਾਸੇ ਆਉਣਾ ਹੈ। ਅਤੇ ਸਤਿਪੁਰਖਾਂ ਦੀ ਗੱਲ ਜਿਹੜੀ ਹੈ ਸੰਸਾਰ ਨਾਲੋਂ ਬਿਲਕੁਲ ਉਲਟੀ ਹੈ। ਇਸੇ ਕਰਕੇ ਮਨ ਪਕੜਦਾ ਨਹੀਂ ਹੈ। ਖਿਆਲ ਵਿੱਚ ਰੱਖਿਓ, ਸੰਸਾਰਿਕ ਗੱਲਾਂ ਪਕੜ ਲੈਂਦਾ ਹੈ ਮਨ, ਅਧਿਆਤਮਿਕ ਗੱਲ ਪਕੜਦਾ ਨਹੀਂ, ਛੁੱਟ ਜਾਂਦੀ ਹੈ। ਅਗਰ ਪਕੜਦਾ ਵੀ ਹੈ ਥੋੜ੍ਹੀ ਦੇਰ ਬਾਅਦ।
ਕਿਉਂਕਿ ਉਲਟੀ ਹੈ ਨਾ ਸੰਸਾਰ ਨਾਲ, ਤੇ ਸੰਸਾਰਿਕ ਵਿਚਾਰਧਾਰਾ ਤੇ ਬੜੀ ਛੇਤੀ ਸਮਝ ਵਿੱਚ ਆ ਜਾਂਦੀ। ਫਿਰ ਅੱਗੇ ਕਹਿੰਦੇ ਹਨ ਭਗਤ ਜੀ, ਦੇਵ ਸਥਾਨੇ ਕਿਆ ਨਿਸ਼ਾਨੀ, ਤਹ ਬਾਜੇ ਅਨਹਦ ਬਾਣੀ, ਤਹ ਚੰਦ ਨਾ ਸੂਰਜ ਪਾਉਣ ਨਾ ਪਾਣੀ, ਸਾਖੀ ਜਾਗੀ ਗੁਰਮੁਖ ਜਾਣੀ। ਕਹਿੰਦੇ ਉੱਥੇ ਨਿਸ਼ਾਨੀ ਇਹੋ ਹੀ ਹੈ ਵੀ ਉੱਥੇ ਅਨਹਦ ਨਾਦ ਵੱਜਦਾ ਹੈ ਸ਼ਬਦ। ਤਹ ਚੰਦ ਨਾ ਸੂਰਜ ਪਾਉਣ ਨਾ ਪਾਣੀ, ਉੱਥੇ ਨਾ ਚੰਦ ਹੈ ਨਾ ਸੂਰਜ ਹੈ, ਨਾ ਪਾਉਣ ਹੈ ਨਾ ਪਾਣੀ। ਤੇ ਗੁਰੂ ਸਾਖੀ ਦੁਆਰਾ ਜਾਗ ਆ ਜਾਂਦੀ ਗੁਰਮੁਖ ਨੂੰ। ਸਾਖੀ ਜਾਗੀ ਗੁਰਮੁਖ ਜਾਣੀ, ਗੁਰੂ ਸਾਖੀ ਹੈ ਨਾ, ਉਹਦੇ ਦੁਆਰਾ ਗੁਰਮੁਖ ਨੂੰ ਜਾਗ ਆ ਗਈ, ਜਾਣ ਲਿਆ ਵੀ ਉੱਥੇ ਨਾ ਚੰਦ ਹੈ ਨਾ ਸੂਰਜ ਹੈ। ਫਿਰ ਖਿਆਲ ਵਿੱਚ ਰੱਖਿਓ, ਇਹ ਜੋ ਅਨਹਦ ਬਾਣੀ ਕਿਹਾ ਹੈ ਨਾ, ਇਹ ਉਹ ਨਹੀਂ ਹੈ ਜੋ ਅਕਸਰ ਲੋਕ ਸਮਝਦੇ ਹਨ। ਹੁਣ ਜਿੱਥੇ ਚੰਦ ਨਹੀਂ ਹੈ, ਸੂਰਜ ਨਹੀਂ ਹੈ, ਪਵਨ ਨਹੀਂ ਹੈ, ਪਾਣੀ ਨਹੀਂ ਹੈ, ਉੱਥੇ ਕੰਨਾਂ ਦੁਆਰਾ ਥੋੜ੍ਹੀ ਸੁਣੀ ਜਾਵੇਗੀ ਇਹ ਬਾਣੀ। ਜਿਹੜੀ ਬਾਣੀ ਕੰਨਾਂ ਦੁਆਰਾ ਸੁਣੀ ਜਾ ਰਹੀ ਹੈ, ਮਹਿਸੂਸ ਕੀਤੀ ਜਾ ਰਹੀ ਹੈ, ਨਾਦ ਕਈ ਕਹਿੰਦੇ ਹਨ ਵੱਜਦਾ ਸੁਣਦਾ ਹੈ, ਤਾਂ ਕੰਨਾਂ ਦਾ ਵਿਸ਼ਾ ਹੀ ਹੈ, ਉਹ ਆਨੰਦ ਥੋੜ੍ਹੀ ਹੈ। ਅਨਾਹਦ ਕੰਨਾਂ ਦਾ ਵਿਸ਼ਾ ਨਹੀਂ ਹੈ। ਇੱਦਾਂ ਹੀ ਪ੍ਰਕਾਸ਼ ਹੈ ਜੋ ਪਰਮ ਪ੍ਰਕਾਸ਼, ਉਹ ਅੱਖਾਂ ਦਾ ਵਿਸ਼ਾ ਨਹੀਂ ਹੈ। ਅੱਖਾਂ ਬਾਹਰਲੇ ਪ੍ਰਕਾਸ਼ ਨੂੰ ਦੇਖ ਸਕਦੀਆਂ ਹਨ, ਅਤੇ ਅੰਦਰ ਵੀ ਜੋ ਪ੍ਰਕਾਸ਼ ਦਿਖਦਾ ਹੈ ਇਹ ਵੀ ਸਿਰਫ ਕਲਪਨਾ ਦਾ ਹੁੰਦਾ ਹੈ, ਅਤੇ ਇੰਦਰੀਆਂ ਦਾ ਵਿਸ਼ਾ ਹੀ ਹੈ। ਅੱਖਾਂ ਬੰਦ ਕਰਕੇ ਸੋਚੋਗੇ, ਹੌਲੀ ਹੌਲੀ ਖਿਆਲ ਕਰੋਗੇ ਤਾਂ ਪ੍ਰਕਾਸ਼ ਦਿਖਾਈ ਦੇ ਜਾਂਦਾ ਹੈ, ਅਤੇ ਇੱਦਾਂ ਹੀ ਨਾਦ ਸੁਣਾਈ ਦੇਣੀ ਲੱਗ ਜਾਂਦਾ ਹੈ। ਇਹ ਅਨਹਦ ਵੈਸੇ ਹੀ ਹੈ ਜੈਸੇ ਆਨੰਦ ਸ਼ਬਦ ਹੈ, ਸੁੱਖ ਦੁੱਖ ਤੋਂ ਪਾਰ। ਤੇ ਆਨੰਦ ਮਨ ਦਾ ਵਿਸ਼ਾ ਨਹੀਂ ਹੈ, ਨਾ ਹੀ ਇੰਦਰੀਆਂ ਦਾ ਵਿਸ਼ਾ ਹੈ, ਮਨ ਤੋਂ ਪਾਰ ਹੈ। ਇੱਦਾਂ ਹੀ ਇਹ ਅਨਹਦ ਹੈ। ਤੇ ਜਿਹੜਾ ਪਾਰ ਚਲੇ ਗਿਆ, ਪਾਰ ਹੋ ਜਾਂਦਾ ਹੈ ਗੁਰਗਮ ਚੀਨੇ ਵਿਰਲਾ ਕੋਈ। ਗੁਰੂ ਦੀ ਗਮਤਾ ਤੱਕ ਪਹੁੰਚ ਗਿਆ ਜਿਹੜਾ, ਤੇ ਗੁਰੂ ਦੀ ਗਮਤਾ ਤੱਕ ਕੌਣ ਪਹੁੰਚਦਾ ਹੈ? ਜਿਹੜਾ ਗੁਰੂ ਵਰਗਾ ਹੋ ਗਿਆ, ਜੈਸਾ ਹੈ ਵੈਸੇ ਤੱਕ ਹੀ ਪਹੁੰਚੇਗਾ ਨਾ। ਹੁਣ ਜਿਹੜੇ ਉਥਲੇ ਲਹਿਰਾਂ 'ਚ ਜੀ ਰਹੇ ਹਨ, ਉਹਨਾਂ ਨੂੰ ਜਿਹੜਾ ਗਹਿਰਾ ਬੈਠਾ ਹੋਇਆ ਹੈ ਉਹਦਾ ਪਤਾ ਥੋੜ੍ਹੀ ਲੱਗਦਾ ਹੈ। ਭਾਵੇਂ ਰੋਜ਼ ਸੁਣੀ ਵੀ ਜਾਣ ਤਾਂ ਵੀ ਨਹੀਂ ਪਤਾ ਲੱਗਦਾ ਹੈ, ਗਹਿਰਾਈ 'ਚ ਜਾ ਕੇ ਪਤਾ ਲੱਗਦਾ ਹੈ। ਇਹ ਲਹਿਰਾਂ ਤੋਂ ਗਹਿਰਾਈ 'ਚ ਜਦੋਂ ਤੁਸੀਂ ਜਾਓਗੇ, ਸੰਸਾਰਿਕ ਲਹਿਰਾਂ ਜਿਹੜੀਆਂ ਬਾਹਰ ਚੱਲ ਰਹੀਆਂ ਹਨ, ਵਿਸ਼ੇ ਵਾਸ਼ਨਾ ਕਾਮਨਾ ਦੀਆਂ, ਇਹਨਾਂ ਦੀ ਗਹਿਰਾਈ 'ਚ, ਜਿਵੇਂ ਸਾਗਰ ਦੀ ਗਹਿਰਾਈ 'ਚ ਕੋਈ ਉਤਰ ਗਿਆ, ਉੱਥੇ ਬਿਲਕੁਲ ਸ਼ਾਂਤੀ ਹੈ। ਜਿੰਨੀ ਗਹਿਰਾਈ 'ਚ ਜਾਓਗੇ, ਉੱਪਰ ਉੱਪਰ ਲਹਿਰਾਂ, ਅਸ਼ਾਂਤੀ ਹੈ। ਇੱਦਾਂ ਸੰਸਾਰ ਦੇ ਵਿੱਚ ਅਸ਼ਾਂਤੀ ਹੈ। ਬਾਹਰ ਜਿਹੜੇ ਜੀ ਰਹੇ ਹਨ ਅਸ਼ਾਂਤੀ 'ਚ ਜੀਂਦੇ ਹਨ। ਜਿਹੜਾ ਗਹਿਰਾਈ 'ਚ ਜੀਂਦਾ ਹੈ ਉਹ ਪਰਮ ਸ਼ਾਂਤੀ 'ਚ ਜੀਂਦਾ ਹੈ, ਅਤੇ ਜਿਹੜਾ ਪਰਮ ਸ਼ਾਂਤੀ 'ਚ ਗਹਿਰਾਈ 'ਚ ਜੀ ਰਿਹਾ, ਉਹਦੀ ਗਹਿਰਾਈ 'ਚ ਬਾਹਰੋਂ ਛੱਡ ਕੇ ਤੁਸੀਂ ਅੰਦਰ ਗਹਿਰਾਈ 'ਚ ਜਾਓਗੇ ਨਾ। ਜਿਵੇਂ ਕੋਈ ਸਾਗਰ ਦੀ ਗਹਿਰਾਈ 'ਚ ਬੈਠਾ ਹੈ ਤਾਂ ਤੁਸੀਂ ਵੀ ਡੁਬਕੀ ਮਾਰੋਗੇ ਤਾਂ ਹੀ ਜਾਓਗੇ। ਹੁਣ ਤੁਸੀਂ ਡੁਬਕੀ ਮਾਰਨ ਤੋਂ ਡਰਦੇ ਹੋ ਵੀ ਮਰ ਨਾ ਜਾਈਏ, ਉਹ ਕਹਿੰਦਾ ਮਰਦੇ ਨਹੀਂ ਹੋ ਤੁਸੀਂ, ਜਿਹੜਾ ਵਾਸਤਵਿਕ ਹੈ ਤੁਹਾਡਾ ਸਰੂਪ ਉਹ ਮਰਦਾ ਹੀ ਨਹੀਂ। ਤੁਸੀਂ ਆ ਜਾਓ, ਫਿਕਰ ਨਾ ਕਰੋ, ਮਾਰੋ ਡੁਬਕੀ। ਲੇਕਿਨ ਡਰ ਲੱਗਦਾ ਹੈ ਨਾ, ਇਸ ਮਹਾਸਾਗਰ ਤੋਂ ਵੀ ਲੋਕ ਡਰਦੇ ਹਨ। ਅਜੇ ਬਾਹਰਲੇ ਸਾਗਰ ਤੋਂ ਘੱਟ ਜੜਦੇ ਹਨ। ਇਹ ਜਿਹੜਾ ਪਰਮ ਸਾਗਰ ਹੈ ਨਾ, ਗੁਰਸਾਗਰ ਰਤਨੀ ਭਰਪੂਰੇ, ਇਹਦੇ ਤੋਂ ਬਹੁਤ ਡਰਦੇ ਹਨ। ਪਰ ਰਤਨ ਤੇ ਗਹਿਰੇ 'ਚ ਹੀ ਹਨ ਵੀ ਮਿਟ ਜਾਵਾਂਗੇ, ਬਚਣਾ ਹੀ ਕੁਝ ਨਹੀਂ। ਤੇ ਇਸੇ ਕਾਰਨ ਹੀ ਮਨ
ਹੋਰ ਇੱਧਰੋਂ ਉੱਧਰੋਂ ਰਸਤੇ ਖੋਜਦਾ ਇਸੇ ਕਰਕੇ ਹੀ ਹੈ ਵੀ ਬਚਿਆ ਰਵਾਂ। ਖਿਆਲ ਰੱਖੋ, ਇਹ ਮਨ ਦੀ ਚਲਾਕੀ ਤੁਹਾਡੀ ਸਮਝ ਵਿੱਚ ਵੀ ਨਹੀਂ ਆਵੇਗੀ, ਕਿਉਂਕਿ ਮਨ ਬਹੁਤ ਚਲਾਕ ਹੈ, ਚਤਰ ਹੈ। ਅਤੇ ਚਤਰਾਈ ਨਾ ਚਤੁਰਭੁਜ ਪਾਈਏ, ਚਤਰਾਈ ਦੁਆਰਾ, ਸਿਆਣਪ ਦੁਆਰਾ ਪਰਮਾਤਮਾ ਨਹੀਂ ਪਾਇਆ ਜਾ ਸਕਦਾ। ਖਿਆਲ ਵਿੱਚ ਰੱਖੋ, ਇੱਥੇ ਤੇ ਆਪਣਾ ਆਪ ਗਵਾਉਣਾ ਹੈ। ਆਪ ਗਵਾਈਏ ਤਾਂ ਸੌ ਪਾਈਏ, ਅਵਰ ਕੈਸੀ ਚਤਰਾਈ। ਚਤਰਾਈ ਸਿਆਣਪ ਥੋੜ੍ਹੀ। ਸਿਆਣਪ ਸੰਸਾਰ 'ਚ ਕੰਮ ਆ ਸਕਦੀ ਹੈ, ਸੰਸਾਰੀ ਲੋਕਾਂ ਨੂੰ ਠੱਗਿਆ ਜਾ ਸਕਦਾ ਹੈ। ਤੁਸੀਂ ਪਰਮਾਤਮਾ ਨੂੰ ਥੋੜ੍ਹੀ ਠੱਗ ਸਕਦੇ ਹੋ। ਵੀ ਪਰਮਾਤਮਾ ਨੂੰ ਤੁਸੀਂ ਬੇਵਕੂਫ ਬਣਾ ਦਿਓ ਵੀ ਸੰਸਾਰ ਦੇ ਵਿੱਚ ਵੀ ਜੁੜੇ ਰਹੋ ਅਤੇ ਪਰਮਾਤਮਾ ਨੂੰ ਵੀ ਪਾ ਲਓ, ਮੈਂ ਨੂੰ ਵੀ ਸੰਭਾਲ ਕੇ ਰੱਖੋ ਅਤੇ ਪਰਮ ਨੂੰ ਵੀ ਪਾ ਲਓ। ਇੱਦਾਂ ਥੋੜ੍ਹੀ ਹੋਵੇ। ਜਿੰਨਾ ਚਿਰ ਮੈਂ ਹੈ ਉਹਨਾਂ ਚਿਰ ਤੁਸੀਂ ਬਿਮਾਰ ਹੋ, ਅਤੇ ਬਿਮਾਰੀ ਦੁੱਖ ਦਿੰਦੀ ਹੀ ਰਹੇਗੀ। ਅਤੇ ਇੱਧਰ ਇਹ ਕਿਹਾ ਜਾ ਰਿਹਾ ਹੈ ਵੀ ਬਿਮਾਰੀ ਤੋਂ ਹੀ ਛੁਟਕਾਰਾ ਪਾਉਣਾ ਹੈ। ਇੱਕ ਇੱਕ ਬਿਮਾਰੀ ਤੋਂ ਨਹੀਂ, ਜੋ ਮੂਲ ਬਿਮਾਰੀਆਂ ਦੀ ਜੜ ਹੈ ਮੈਂ ਹਾਂ, ਉਹਨੂੰ ਹੀ ਪੱਟ ਕੇ ਸੁੱਟ ਦੇਣਾ ਹੈ। ਫਿਰ ਤੁਸੀਂ ਸਦਾ ਵਾਸਤੇ ਹੀ ਸੁਤੰਤਰ ਹੋਗੇ। ਫਿਰ ਤੁਹਾਨੂੰ ਸਾਰੇ ਰਸਤਿਆਂ ਦਾ ਪਤਾ ਲੱਗ ਜਾਵੇਗਾ। ਅਰਥ ਭਾਵੇਂ ਨਾ ਸਮਝ ਵਿੱਚ ਆਉਣ ਸਾਰੇ ਰਸਤਿਆਂ ਦਾ, ਪਰ ਪਤਾ ਲੱਗ ਜਾਵੇਗਾ। ਅਤੇ ਪਹਿਲਾਂ ਤੁਸੀਂ ਬਹੁਤੀਆਂ ਜਾਣਕਾਰੀਆਂ ਇਕੱਠੀਆਂ ਨਾ ਕਰੋ, ਕਿਉਂਕਿ ਜਾਣਕਾਰੀਆਂ ਦੇ ਵਿੱਚ ਮਨ ਉਲਝ ਜਾਂਦਾ ਹੈ। ਬਹੁਤੇ ਇਹਨਾਂ ਜਾਣਕਾਰੀਆਂ 'ਚ ਡੁੱਬ ਜਾਂਦੇ ਹਨ ਅਤੇ ਬਹੁਤ ਭਟਕਦੇ ਹਨ ਜਾਣਕਾਰ ਪੰਡਤ। ਤੁਸੀਂ ਨਾ ਭਟਕੋ, ਇਸ ਕਰਕੇ ਮੈਂ ਸਿੱਧਾ ਸਾਫ਼ ਰਸਤਾ ਤੁਹਾਨੂੰ ਦੱਸ ਰਿਹਾ। ਬਾਹਰੋਂ ਮਿਟੋ ਅਤੇ ਅੰਦਰ ਨੂੰ ਆਓ ਆਪਣੇ ਸਰੂਪ ਵੱਲ।